ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਭਵਨ। ਦੇਖੋ, ਨਿੰਦਾ ਦੇ ਉੱਤੇ ਗੁਰਮਤਿ ਨੇ ਬੜਾ ਖੋਲ੍ਹ ਕੇ ਦੱਸਿਆ ਹੈ ਕਿ ਨਿੰਦਾ ਦਾ ਫਾਇਦਾ ਕੋਈ ਨਹੀਂ ਕਰਨ ਦਾ, ਨਿੰਦਾ ਦੇ ਨੁਕਸਾਨ ਹੀ ਨੁਕਸਾਨ ਆ। ਇਹ ਨੁਕਸਾਨ ਇੰਨੇ ਗਹਿਰੇ ਆ ਕਿ ਜੋ ਇਨਸਾਨ ਨਿੰਦਾ ਕਰਦਾ ਹੈ ਉਸ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਆ। ਪਰ ਜਿਹਦੀ ਨਿੰਦਾ ਕਰ ਰਿਹਾ ਹੈ ਨਾ, ਉਸ ਦਾ ਜੀਵਨ ਨੂੰ ਤਾਰ ਦਿੰਦੇ, ਉਸ ਦਾ ਜੀਵਨ ਵਧੀਆ ਬਣਾ ਦਿੰਦੇ ਆ। ਇਸੇ ਕਰਕੇ ਤਾਂ ਗੁਰਬਾਣੀ ਵਿੱਚ ਮਹਾਂਪੁਰਖਾਂ ਨੇ ਦੱਸਿਆ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਨਿੰਦਾ ਬੜੀ ਪਿਆਰੀ ਲੱਗਦੀ, ਬੜੀ ਖਰੀ ਲੱਗਦੀ ਆ। ਕਿਉਂਕਿ ਇਸ ਨਿੰਦਾ ਦੇ ਪਿੱਛੇ ਛੁਪੇ ਭੇਦ ਉਹਨਾਂ ਨੂੰ ਪਤਾ ਹੁੰਦਾ ਹੈਗਾ। ਉਹਨਾਂ ਨੂੰ ਇਹ ਪਤਾ ਹੈਗਾ ਕਿ ਨਿੰਦਕ ਡੂਬਾ ਹਮ ਉਤਰੇ ਪਾਰ। ਜਿਹੜਾ ਨਿੰਦਾ ਕਰਨ ਵਾਲਾ ਨਿੰਦਕ ਹੁੰਦਾ ਉਹ ਆਪਣੇ ਜੀਵਨ ਦੀ ਬਾਜੀ ਹਾਰ ਜਾਂਦਾ, ਡੁੱਬ ਜਾਂਦਾ। ਤੇ ਪਰ ਜਿਹਦੀ ਨਿੰਦਾ ਕਰਦਾ ਹੁੰਦਾ ਉਹਦਾ ਪਾਰ ਉਤਾਰਾ ਹੋ ਜਾਂਦਾ। ਇਸ ਕਰਕੇ ਬੜੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਦਾਸ ਅੱਜ ਇਸੇ ਵਿਸ਼ੇ ਦੇ ਉੱਤੇ ਕਿ ਜਿਹੜਾ ਨਿੰਦਕ ਹੈ, ਜਿਸ ਦੀ ਨਿੰਦਾ ਕਰ ਰਿਹਾ ਹੈਗਾ, ਉਸ ਨਿੰਦਕ ਨੂੰ ਜੋ ਵੀ ਸਰੀਰਕ ਬਿਮਾਰੀਆਂ ਹੁੰਦੀਆਂ, ਉਹ ਸਰੀਰਕ ਬਿਮਾਰੀਆਂ ਕਿਵੇਂ ਨਿੰਦਾ ਕਰਨ ਵਾਲੇ ਦੇ ਸਰੀਰ ਦੇ ਉੱਤੇ ਟਰਾਂਸਫਰ ਹੋ ਜਾਂਦੀਆਂ। ਇਹ ਇੱਕ ਬਹੁਤ ਗਹਿਰਾ ਵਿਸ਼ਾ ਹੈਗਾ, ਇਸ ਨੂੰ ਬੜੇ ਸਮਝਣ ਦੀ ਲੋੜ ਹੈ। ਸੋ ਅੱਜ ਦਾਸ ਇਸੇ ਵਿਸ਼ੇ ਦੇ ਉੱਤੇ ਆਪ ਸਾਰੀਆਂ ਸੰਗਤਾਂ ਦੇ ਨਾਲ ਇੱਕ ਵਿਚਾਰ ਸਾਂਝੀ ਕਰਦਾ ਹੈਗਾ। ਦੇਖੋ, ਸਭ ਤੋਂ ਪਹਿਲਾਂ ਤਾਂ ਪ੍ਰਸ਼ਨ ਇਹ ਹੁੰਦਾ ਹੈ ਕਿ ਅਸਲ ਦੇ ਵਿੱਚ ਆਮ ਲੋਕ ਨਿੰਦਾ ਨੂੰ ਸਮਝਦੇ ਨਹੀਂ ਹੈ ਕਿ ਨਿੰਦਾ ਹੁੰਦੀ ਕੀ ਆ। ਦੇਖੋ, ਮਹਾਂਪੁਰਖਾਂ ਦੇ ਕਥਨ ਵਾ ਕਿ ਕੋਈ ਵੀ ਚੀਜ਼ ਆ, ਜਿਸ ਵਸਤੂ ਨੂੰ ਅਸੀਂ ਉਹਦੇ ਵਿਪਰੀਤ ਦੱਸ ਦਈਏ, ਉਹਦੇ ਉਲਟ ਦੱਸ ਦਈਏ, ਉਹ ਚੀਜ਼ ਨਿੰਦਾ ਕਹਾਉਂਦੀ ਆ। ਜਿਵੇਂ ਕੋਈ ਇਨਸਾਨ ਅਗਰ ਕੋਈ ਫੁੱਲ ਲੱਗਾ ਹੈਗਾ, ਫੁੱਲ ਨੂੰ ਸੰਸਾਰ ਦੇ ਵਿੱਚ ਕੰਡਾ ਬਣਾ ਕੇ ਪੇਸ਼ ਕਰੇ, ਫਿਰ ਤਾਂ ਭਾਈ ਉਹ ਫੁੱਲ ਦੀ ਨਿੰਦਾ ਹੈਗੀ ਆ, ਨਰਾਦਰ ਹੈ। ਹਾਂ, ਅਗਰ ਕਿਸੇ ਕੰਡੇ ਨੂੰ ਫੁੱਲ ਦੱਸੇ ਤਾਂ ਫਿਰ ਉਹ ਕੰਡੇ ਦੀ ਵੀ ਨਿੰਦਾ ਹੈ, ਨਰਾਦਰ ਹੈ। ਅਸਲ ਦੇ ਵਿੱਚ ਹਕੀਕਤ ਇਹ ਆ ਕਿ ਅਸਲੀਅਤ ਜਿਹੜੀ ਹੈ ਨਾ, ਸੱਚ ਹੈ, ਉਸ ਨੂੰ ਕੋਈ ਬਿਰਲਾ ਹੀ ਦੱਸਦਾ ਹੈ। ਫੁੱਲ ਨੂੰ ਫੁੱਲ ਕਹਿਣਾ ਇਹ ਨਿੰਦਾ ਨਹੀਂ ਹੈ, ਬਿਲਕੁਲ ਵਾਜਬ ਹੈ, ਸਹੀ ਗੱਲ ਹੈ। ਅਤੇ ਕੰਡੇ ਨੂੰ ਕੰਡਾ ਕਹਿ ਦੇਣਾ ਇਹ ਵੀ ਬਿਲਕੁਲ ਵਾਜਬ ਹੈ, ਬਿਲਕੁਲ ਸਹੀ ਗੱਲ ਹੈ। ਇਸ ਦੇ ਵਿੱਚ ਨਿੰਦਾ ਨਹੀਂ। ਨਿੰਦਾ ਉਦੋਂ ਹੀ ਹੁੰਦੀ ਆ ਜਦੋਂ ਅਸੀਂ ਕਿਸੇ ਚੀਜ਼ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਦਿੰਦੇ ਹਾਂ, ਉਹਦੇ ਗੁਣ ਅਤੇ ਔਗਣ ਉਹਦੇ ਨਾਲ ਹੋਰ ਜੋੜ ਕੇ ਉਸੇ ਹੀ ਸਵਾਦ ਦੇ ਵਿੱਚ ਆਪਣੇ ਜੀਵਨ ਨੂੰ ਵੀ ਬਰਬਾਦ ਕਰਦੇ ਹਾਂ। ਅਤੇ ਜਿਹਦੀ ਅਸੀਂ ਨਿੰਦਾ ਕਰਦੇ ਹਾਂ ਉਸ ਦਾ ਜਾਂਦਾ ਤਾਂ ਕੁਛ ਨਹੀਂ, ਉਹਦਾ ਭਲਾ ਹੁੰਦਾ, ਪਰ ਇਹ ਅਸੀਂ ਇਹ ਨਹੀਂ ਜਾਣਦੇ। ਇਸ ਕਰਕੇ ਜਿਹੜੇ ਗੁਰਮਤਿ ਮਾਰਗ ਚੱਲਣ ਦੇ ਵਿੱਚ, ਗਿਆਨ ਦੇ ਮਾਰਗ ਦੇ ਵਿੱਚ ਉੱਚੇ ਉੱਠਦੇ ਆ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਕਿ ਜਿਹੜਾ ਨਿੰਦਕ ਹੁੰਦਾ ਉਸ ਦਾ ਜਪ ਤਪ ਕਿਰਿਆ ਕਰਮ ਜੋ ਵੀ ਉਹ ਕਰਦਾ ਹੈਗਾ, ਉਹਦਾ ਤੇਜ ਤਪ ਉਹ ਸੱਜੇ ਸੱਜੇ ਪੂਰਾ ਨਸ਼ਟ ਹੋ ਜਾਂਦਾ। ਉਹ ਬੰਦਾ ਅੰਦਰੋਂ ਬਿਲਕੁਲ ਖਾਲੀ ਹੋ ਜਾਂਦਾ, ਖੋਖਲਾ ਹੋ ਜਾਂਦਾ ਹੈ। ਇਸ ਕਰਕੇ ਭਾਈ ਨਿੰਦਾ ਤੋਂ ਬੜਾ ਬਚਣ ਦੀ ਲੋੜ ਹੈ। ਗੁਰਬਾਣੀ ਨੇ ਤਾਂ ਇੱਥੋਂ ਤੱਕ ਦੱਸਿਆ ਹੈ ਕਿ ਅਗਰ ਕੋਈ 68 ਤੀਰਥਾਂ 'ਤੇ ਇਸ਼ਨਾਨ ਵੀ ਕਰੇ ਜਾਂ 12 ਸ਼ਿਵਲਿੰਗਾਂ ਦੀ ਪੂਜਾ ਵੀ ਕਰੇ, ਹੋਰ ਵੀ ਕਈ ਤਰ੍ਹਾਂ ਦੇ ਕਰਮ ਕਰੇ, ਪਰ ਅਗਰ ਉਹ ਆਦਮੀ ਹੈ ਨਾ ਨਿੰਦਕ ਬਣ ਜਾਵੇ, ਉਹਦਾ ਜਿੰਨਾ ਕੀਤਾ ਕਰਾਇਆ ਸਾਰਾ ਨਿਸਫਲ ਚਲਿਆ ਜਾਂਦਾ ਹੈਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਭਾਈ ਜਿੰਨਾ ਵੀ ਨਿੰਦਾ ਤੋਂ ਬਚ ਕੋਈ ਸਕਦਾ ਉਹਨਾਂ ਬਚਣ ਦੀ ਲੋੜ ਹੈ। ਕਿਉਂਕਿ ਨਿੰਦਾ ਇੱਕ ਐਸੀ ਜ਼ਹਿਰ ਹੈ, ਐਸਾ ਪਾਰਾ ਹੈ, ਜਿਹੜੀ ਜ਼ਹਿਰ, ਜਿਹੜਾ ਪਾਰਾ ਇਨਸਾਨ ਦੇ ਅੰਦਰ ਅਗਰ ਸ਼ੁਰੂ ਹੋ ਜਾਵੇ, ਲੱਗ ਜਾਵੇ, ਫਿਰ ਉਹ ਜਿਹੜੀ ਜ਼ਹਿਰ ਆ ਆਹਿਸਤਾ ਆਹਿਸਤਾ ਉਸਦੇ ਸਰੀਰ ਨੂੰ, ਉਸਦੇ ਜੀਵਨ ਨੂੰ ਇੰਨਾ ਖਰਾਬ ਕਰ ਦਿੰਦੀ ਕਿ ਉਹਦਾ ਲੋਕ ਅਤੇ ਪਰਲੋਕ ਵੀ ਵਿਗਾੜ ਦਿੰਦੀ ਆ। ਪਰ ਸ਼ੁਰੂ ਦੇ ਵਿੱਚ ਨਿੰਦਕ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਜਦੋਂ ਉਹ ਨਿੰਦਾ ਕਰਦਾ ਕਰਦਾ ਕਿਸੇ ਭਿਆਨਕ ਰੋਗਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਦੇਖੋ, ਅੱਜ ਦਾ ਜਿਹੜਾ ਨਾ ਯੁੱਗ ਵਿਗਿਆਨਕ ਯੁੱਗ ਹੈ। ਇਸ ਵਿਗਿਆਨਕ ਯੁੱਗ ਦੇ ਅੰਦਰ ਅਸੀਂ ਐਸੇ ਮਰੀਜ਼ ਦੇਖਦੇ ਹਾਂ ਕਿ ਜਿਹੜੇ ਮਰੀਜ਼ ਖਾਸ ਕਰਕੇ ਸਰੀਰਕ ਤੰਦਰੁਸਤੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਰਹਿੰਦੇ ਆ, ਅਤੇ ਇਸ ਸਰੀਰਕ ਤੰਦਰੁਸਤੀ ਦੇ ਨਾਲੋਂ ਮਾਨਸਿਕ ਜਿਹੜਾ ਦੁੱਖ ਹੈ ਉਹ ਤਾਂ ਇਨਸਾਨਾਂ ਨੂੰ ਬਹੁਤ ਚੁੰਬੜਿਆ ਰਹਿੰਦਾ ਹੈ। ਇਸ ਤਰ੍ਹਾਂ ਦੇ ਅਨੇਕਾਂ ਦੁੱਖ ਹੈ, ਪਰ ਜਿਹੜੇ ਇਨਸਾਨ ਸਰੀਰਕ ਤੌਰ 'ਤੇ ਦੁਖੀ ਆ, ਉਹਦਾ ਇੱਕ ਕਾਰਨ ਸਾਨੂੰ ਮਹਾਂਪੁਰਖਾਂ ਨੇ ਦੱਸਿਆ ਹੈ।
ਉਹ ਕੀ ਕਾਰਨ ਹੈ? ਉਹ ਕਾਰਨ ਉਸ ਇਨਸਾਨ ਦੇ ਵਜੋਂ ਕੀਤੀ ਗਈ ਦੂਸਰੇ ਇਨਸਾਨ ਦੀ ਨਿੰਦਾ ਹੈਗੀ ਆ। ਦੇਖੋ ਅੱਜ ਸੰਸਾਰ ਦੇ ਅੰਦਰ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਾਸਤੇ ਬਹੁਤ ਤਰ੍ਹਾਂ ਦੇ ਪਦਾਰਥ, ਫਲ ਫਰੂਟ ਜਾਂ ਹੋਰ ਅਨੇਕ ਤਰ੍ਹਾਂ ਦੀਆਂ ਸਬਜ਼ੀਆਂ ਤੇ ਇਸ ਤਰ੍ਹਾਂ ਦੇ ਟੌਨਿਕ, ਦਵਾਈਆਂ ਵਗੈਰਾ, ਹੌਸਪੀਟਲ, ਹਰੇਕ ਚੀਜ਼ ਉਪਲਬਧ ਹੈ। ਇੰਨਾ ਕੁਛ ਸਿਹਤ ਨੂੰ ਫਿੱਟ ਰੱਖਣ ਵਾਸਤੇ ਬਣਿਆ ਹੈ, ਜਿਮ ਬਣੇ, ਬੜਾ ਕੁਛ ਬਣਿਆ ਹੈ। ਪਰ ਫਿਰ ਵੀ ਅਗਰ ਆਦਮੀ ਬਿਮਾਰ ਹੋ ਜਾਵੇ, ਤੰਦਰੁਸਤ ਨਾ ਰਹੇ, ਦਿਮਾਗੀ ਪਰੇਸ਼ਾਨੀ ਹੋਵੇ, ਚਿੰਤਾ ਹੋਵੇ, ਮਾਨਸਿਕ ਉਹਦੀ ਜਿਹੜੀ ਪਰੇਸ਼ਾਨੀ ਜ਼ਿਆਦਾ ਵਧੀ ਹੋਵੇ, BP ਹੋਵੇ, ਇਸ ਤਰ੍ਹਾਂ ਦੇ ਅਨੇਕਾਂ ਰੋਗ ਨੂੰ ਸਰੀਰ ਨੂੰ ਚੁੰਬੜੇ ਹੋਣ, ਅਤੇ ਉਹਦਾ ਅਗਰ ਅਸਾਂ ਥੋੜ੍ਹਾ ਜਿਹਾ ਗਹਿਰਾਈ ਦੇ ਨਾਲ ਅਧਿਐਨ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਇਹਦੇ ਸਾਰੇ ਪਿੱਛੇ ਹੈ ਨਾ ਸਿਰਫ ਅਤੇ ਸਿਰਫ ਕੇਵਲ ਨਿੰਦਾ ਹੀ ਕੰਮ ਕਰਦੀ ਹੈ। ਇਸ ਕਰਕੇ ਨਿੰਦਾ ਇਹ ਸਾਰੇ ਰੋਗਾਂ ਦੀ ਜੜ੍ਹ ਹੈਗੀ ਆ। ਜਦ ਤੱਕ ਇਸ ਨਿੰਦਕ ਰੂਪੀ ਜੜ੍ਹ ਨੂੰ ਖਤਮ ਨਹੀਂ ਕੀਤਾ ਜਾਂਦਾ, ਤਦ ਤੱਕ ਕੋਈ ਵੀ ਜਿਹੜਾ ਡਾਕਟਰ ਆ, ਚਾਹੇ ਉਹ ਜਿੰਨਾ ਮਰਜ਼ੀ ਆਪਣੇ ਆਪ ਦੇ ਵਿੱਚ ਪੜ੍ਹਿਆ ਲਿਖਿਆ ਸਿਆਣਾ ਹੋਵੇ, ਪਰ ਜਦ ਤੱਕ ਉਹ ਇਹ ਨਿੰਦਾ ਦੇ ਰੋਗ ਨੂੰ ਨਹੀਂ ਕੱਟਦਾ ਰੋਗੀ ਦੇ ਵਿੱਚੋਂ, ਤਦ ਤੱਕ ਉਹ ਰੋਗੀ ਦਾ ਪ੍ਰੋਪਰ ਇਲਾਜ ਨਹੀਂ ਕਰ ਸਕਦਾ। ਜਿਵੇਂ ਦੇਖੋ ਇੱਕ ਬੰਬੇ ਦੇ ਵਿੱਚ ਇੱਕ ਡਾਕਟਰਨੀ ਆ, ਮਹਾਂਪੁਰਖ ਦੱਸਦੇ ਸੀਗੇ, ਉਹ ਜਿਹੜੀ ਬੀਬੀ ਡਾਕਟਰਨੀ ਸਾਹਿਬ ਹੈਗੀ ਆ, ਉਹ ਥੈਰੇਪੀ ਦਾ ਕੰਮ ਕਰਦੀ ਆ। ਉਹ ਦੱਸਦੀ ਸੀ ਕਿ ਜਦੋਂ ਮੈਂ ਇਹ ਕੰਮ ਸ਼ੁਰੂ ਦੇ ਵਿੱਚ ਕੀਤਾ ਸੀਗਾ ਅਤੇ ਬਹੁਤ ਸਾਰੇ ਮਰੀਜ਼ ਮੇਰੇ ਕੋਲ ਆਉਂਦੇ ਸੀਗੇ, ਤਾਂ ਕਹਿੰਦੀ ਮੈਂ ਬਹੁਤ ਜ਼ਿਆਦਾ ਯਤਨ ਕਰਦੀ ਸੀਗੀ, ਪਰ ਮੇਰੇ ਇੰਨੇ ਯਤਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੇਵਲ ਅਤੇ ਕੇਵਲ ਸਰੀਰ ਦੇ ਵਿੱਚ 20% ਆਰਾਮ ਆਉਂਦਾ ਸੀਗਾ, 80% ਉਹਨਾਂ ਦੇ ਜੀਵਨ ਦੇ ਵਿੱਚ ਆਰਾਮ ਨਹੀਂ ਸੀ ਹੁੰਦਾ, ਉਹਨਾਂ ਦੀ ਬਿਮਾਰੀ ਦੂਰ ਨਹੀਂ ਸੀ ਹੁੰਦੀ। ਕਹਿੰਦੀ ਵੀ ਮੈਂ ਅਨੇਕਾਂ ਕਿਤਾਬਾਂ ਪੜ੍ਹੀਆਂ, ਮੈਂ ਬੜਾ ਕੁਛ ਕੀਤਾ, ਬਹੁਤ ਜ਼ਿਆਦਾ ਮਿਹਨਤ ਕੀਤੀ, ਅਤੇ ਮੇਰੇ ਮਨ 'ਤੇ ਇਹ ਕੋਸ਼ਿਸ਼ ਰਹਿੰਦੀ ਸੀਗੀ ਕਿ ਮੈਂ ਇੱਕ ਵੱਡੀ ਚੰਗੀ ਡਾਕਟਰੀ ਬਣਾ ਤਾਂ ਜੋ ਮਰੀਜ਼ ਮੇਰੇ ਕੋਲ ਵੀ ਜੋ ਆਵੇ ਉਹ ਪੂਰਨ ਤੰਦਰੁਸਤ ਹੋਵੇ। ਪਰ ਮੇਰੀ ਅਥਾਹ ਕੋਸ਼ਿਸ਼ ਦੇ ਨਾਲ ਵੀ ਕਿਸੇ ਮਰੀਜ਼ ਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ। ਜ਼ਿਆਦਾ ਤੋਂ ਜ਼ਿਆਦਾ ਮਰੀਜ਼ 20% ਤਾਂ ਠੀਕ ਹੋ ਜਾਂਦਾ ਸੀ, ਪਰ 80% ਉਹਦੀ ਬਿਮਾਰੀ ਨਹੀਂ ਸੀ ਜਾਂਦੀ। ਉਹ ਕਹਿੰਦੀ ਵੀ ਮੈਂ ਇਸ ਸੋਚ ਦੇ ਵਿੱਚ ਰਹਿੰਦੀ ਸੀਗੀ ਕਿ ਇਸ ਚੀਜ਼ ਦਾ ਸੋਲੂਸ਼ਨ ਹੱਲ ਕੀ ਹੋ ਸਕਦਾ ਹੈਗਾ। ਉਹ ਫਿਰ ਬੀਬੀ ਦੱਸਦੀ ਸੀ ਕਿ ਕਰਦੇ ਕਰਦੇ ਮੈਂ ਜਦੋਂ ਦੀ ਜਿਹੜੀ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ, ਗੁਰਬਾਣੀ ਦੇ ਵਿੱਚ ਮੈਨੂੰ ਪਤਾ ਲੱਗਾ ਹੈਗਾ ਕਿ ਭਾਈ ਅਸਲ ਦੇ ਵਿੱਚ ਕੀ ਆ ਕਿ ਨਿੰਦਾ ਇਸ ਬਿਮਾਰੀ ਦਾ ਮੇਨ ਜੜ੍ਹ ਹੈ, ਮੂਲ ਕਾਰਨ ਨਿੰਦਾ ਹੀ ਹੈ। ਨਿੰਦਾ ਦੇ ਕਾਰਨ ਕੋਈ ਵੀ ਆਦਮੀ ਜਿਸ ਦੀ ਨਿੰਦਾ ਕਰ ਰਿਹਾ ਹੈ, ਉਸ ਨੂੰ ਲੱਗੀਆਂ ਬਿਮਾਰੀਆਂ ਉਹਦੇ ਸਰੀਰ ਦੇ ਵਿੱਚ ਐਟੋਮੈਟਿਕ ਟਰਾਂਸਫਰ ਹੋ ਜਾਂਦੀਆਂ। ਸੋ ਨਿੰਦਾ ਦੇ ਅੰਦਰ ਐਸੀ ਸ਼ਕਤੀ ਆ ਜਿਹਦੇ ਬਾਰੇ ਕੋਈ ਵੀ ਆਦਮੀ ਜਾਣਦਾ ਨਹੀਂ। ਕਹਿੰਦੀ ਜਦੋਂ ਮੈਂ ਗੁਰਮਤਿ ਦਾ ਬੜਾ ਧਿਆਨ ਕੀਤਾ, ਫਿਰ ਮੈਨੂੰ ਇਸ ਗੱਲ ਦੇ ਉੱਤੇ ਪੱਕਾ ਪਤਾ ਲੱਗਾ ਹੈ ਕਿ ਜਿਵੇਂ ਗੁਰਬਾਣੀ ਨੇ ਆਖਿਆ ਹੈਗਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਕਹਿੰਦੀ ਵੀ ਆਹ ਗੱਲ ਜਿਹੜੀ ਸੀਗੀ ਇਹ ਮੇਰੇ ਪਕੜ ਦੇ ਵਿੱਚ ਆ ਗਈ ਕਿ ਨਿੰਦਾ ਕਰਕੇ ਕਿਸੇ ਦਾ ਬੁਰਾ ਨਹੀਂ ਜਤਾਰਨਾ, ਸਗੋਂ ਬੁਰੇ ਦਾ ਵੀ ਭਲਾ ਕਰਨਾ ਹੈ। ਜਦੋਂ ਅਸੀਂ ਕਿਸੇ ਬੁਰੇ ਦਾ ਵੀ ਭਲਾ ਕਰ ਲਈਏ ਤਾਂ ਫਿਰ ਗੁਰਮਤਿ ਕਹਿੰਦੀ ਆ ਕਿ ਇਹਦੇ 2 ਕਾਰਨ ਹੈ, 2 ਫਾਇਦੇ ਆ ਬਹੁਤ ਵੱਡੇ। ਉਹ ਕੀ? ਕਹਿੰਦੇ ਦੇਹੀ ਰੋਗ ਨਾ ਲੱਗੀ, ਦੇਹ ਹਮੇਸ਼ਾ ਰੋਗ ਰਹਿੰਦੀ ਹੈ, ਇਸ ਨੂੰ ਕੋਈ ਬਿਮਾਰੀ ਨਹੀਂ ਕਿਸੇ ਵੀ ਕਿਸਮ ਦੀ ਹੋਵੇ। ਤਾਂ ਦੂਸਰਾ ਕੀ ਆ? ਪੱਲੇ ਸਭ ਕੁਛ ਪਾਏ। ਉਹ ਇਨਸਾਨ ਆਦਮੀ ਨੂੰ ਕਦੀ ਟੋਟ ਨਹੀਂ ਆਉਂਦੀ, ਉਹ ਆਦਮੀ ਦੇ ਜੀਵਨ ਦੇ ਵਿੱਚ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ, ਸਗੋਂ ਵਾਧਾ ਹੀ ਹੁੰਦਾ ਹੈਗਾ। ਉਸ ਨੂੰ ਹਰੇਕ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਂਦੀ ਆ। ਜਿਉਂ ਕਹਿ ਲਓ ਕਿ ਉਹਦੇ ਵਿੱਚ ਐਸੀ ਸ਼ਕਤੀ ਆ ਜਾਂਦੀ ਆ, ਉਹਦੇ ਵਿੱਚ ਐਸਾ ਬਲ ਆ ਜਾਂਦਾ ਕਿ ਜੇ ਉਹ ਚਾਹੇ ਤਾਂ ਮਿੱਟੀ ਨੂੰ ਵੀ ਸੋਨਾ ਬਣਾ ਦੇਵੇ। ਕਹਿੰਦੀ ਇਹ ਗੱਲ ਜਦੋਂ ਮੇਰੀ ਪਕੜ 'ਚ ਆਈ, ਉਸ ਤੋਂ ਬਾਅਦ ਕਹਿੰਦੀ ਮੈਂ ਆਪਣਾ ਜਿਹੜਾ ਇਲਾਜ ਸੀਗਾ, ਜਿਹੜਾ ਮਰੀਜ਼ਾਂ ਦਾ ਕਰਦੀ ਸੀਗੀ, ਉਸ ਇਲਾਜ ਦੇ ਵਿੱਚ ਕਹਿੰਦੀ ਵੀ ਮੈਂ ਹੈ ਨਾ ਇੱਕ ਬੋਰਡ ਲਿਖਿਆ। ਬੋਰਡ ਦੇ ਵਿੱਚ ਇੱਕ ਨਿਯਮ ਬਣਾਇਆ, ਇੱਕ ਸ਼ਰਤ ਲਿਖੀ। ਉਹ ਨਿਯਮ ਅਤੇ ਸ਼ਰਤ ਇਹ ਲਿਖੀ ਕਿ ਭਾਈ ਉਹੀ ਮਰੀਜ਼ ਮੇਰੇ ਪਾਸ ਆਵੇ ਜਿਹੜਾ ਨਿੰਦਾ ਦੇ ਉੱਤੇ ਕੰਟਰੋਲ ਕਰ ਸਕੇ। ਜਿਹੜਾ ਇਨਸਾਨ ਕਿਸੇ ਦੀ ਨਿੰਦਾ ਕਰਦਾ ਹੈਗਾ, ਮੈਂ ਉਹਦਾ ਇਲਾਜ ਨਹੀਂ ਕਰ ਸਕਦੀ। ਹਾਂ, ਉਹੀ ਇਨਸਾਨ ਮੇਰੇ ਪਾਸ ਆਵੇ ਜਿਹੜਾ ਨਿੰਦਾ ਨੂੰ ਨਫ਼ਰਤ ਕਰਦਾ ਹੈਗਾ, ਜਿਹੜਾ ਬੁਰੇ ਦਾ ਭਲਾ ਕਰਦਾ ਹੈਗਾ। ਅਤੇ ਜਿਹੜਾ ਨਿੰਦਾ ਨੂੰ ਨਫ਼ਰਤ ਕਰੇਗਾ, ਬੁਰੇ ਦਾ ਭਲਾ ਕਰੇਗਾ, ਸਰਬੱਤ ਦਾ ਭਲਾ ਮੰਗੇਗਾ, ਮੈਂ ਉਹਦਾ ਇਲਾਜ ਸ਼ੀਘਰ ਕਰੂੰਗੀ। ਤਾਂ ਇਸ ਗੱਲ ਦੀ ਮੈਂ ਗਰੰਟੀ ਦਿੰਦੀ ਹਾਂ ਕਿ ਉਹ ਜਿਹੜਾ ਆਦਮੀ ਹੈ ਉਹ ਤਕਰੀਬਨ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਏਗਾ, ਠੀਕ ਹੋ ਜਾਏਗਾ। ਜਦੋਂ ਕਿੰਨੀ ਮੈਂ ਪਹਿਲਾਂ ਦੁਕਾਨ ਉੱਤੇ ਇਹ ਬੋਰਡ ਲਾਇਆ ਸੀਗਾ ਅਤੇ ਕਈ ਲੋਕਾਂ ਨੇ ਜਦ ਇਹ ਬੋਰਡ ਪੜ੍ਹਿਆ ਸੀਗਾ ਤਾਂ ਮਨ ਦੇ ਵਿੱਚ ਹੱਸਦੇ ਹੁੰਦੇ ਸੀਗੇ ਕਿ ਇਹ ਇੱਕ ਚੰਗੀ ਡਾਕਟਰਨੀ ਸਾਹਿਬ ਆਈ ਆ ਜਿਸ ਨੇ ਇਸ ਤਰ੍ਹਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਕਿ ਅਗਰ ਕੋਈ ਆਦਮੀ ਨਿੰਦਾ ਕਰਦਾ ਮੈਂ ਉਹਦਾ ਇਲਾਜ ਨਹੀਂ ਕਰਾ ਸਕਦੀ, ਮਰੀਜ਼ ਉਹੀ ਆਵੇ ਜਿਹੜਾ ਨਿੰਦਾ ਤੋਂ ਰਹਿਤ ਹੋਵੇ। ਪਹਿਲਾਂ ਤਾਂ ਦੁਨੀਆ ਦੇ ਵਿੱਚ ਬੜਾ ਹਾਸਾ ਪਿਆ, ਪਰ ਜਿਹੜੇ ਇਨਸਾਨ ਖਾਸ ਕਰਕੇ ਦੁਖੀ ਆ
ਉਹ ਇਨਸਾਨ ਜਿਹੜੇ ਆ ਉਹ ਤਾਂ ਡਾਕਟਰ ਦੀ ਕਿਸੇ ਵੀ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਆ। ਉਹ ਫਿਰ ਡਾਕਟਰ ਨੇ ਬੀਬੀ ਸਾਹਿਬ ਇਹ ਦੱਸਦੇ ਸੀਗੇ ਕਿ ਜਦੋਂ ਕੋਈ ਮਰੀਜ਼ ਮੇਰੇ ਆਉਂਦਾ ਸੀਗਾ ਤਾਂ ਮੈਂ ਪਹਿਲਾਂ ਉਹਨੂੰ ਉਹ ਬੋਰਡ ਦਿਖਾ ਦਿੰਦੇ ਸੀ ਕਿ ਅਗਰ ਬੋਰਡ ਦੇ ਉੱਤੇ ਲਿਖੀਆਂ ਸ਼ਰਤਾਂ ਤੁਹਾਨੂੰ ਮਨਜ਼ੂਰ ਆ ਤਾਂ ਫਿਰ ਮੈਂ ਤੁਹਾਡਾ ਇਲਾਜ ਕਰ ਸਕਦੀ ਹਾਂ, ਅਤੇ ਜੇ ਤੁਹਾਨੂੰ ਮੇਰੇ ਬੋਰਡ 'ਤੇ ਲਿਖੀਆਂ ਸ਼ਰਤਾਂ ਮਨਜ਼ੂਰ ਨਹੀਂ ਫਿਰ ਤੁਸੀਂ ਸਿਰਫ ਟਾਈਮ ਵੇਸਟ ਕਰਦੇ ਆ, ਕਿਉਂਕਿ ਮੈਂ ਤੁਹਾਡਾ ਇਲਾਜ ਨਹੀਂ ਕਰ ਸਕਦੀ। ਇਸ ਕਰਕੇ ਅਗਰ ਤੁਸੀਂ ਪੂਰਨ ਆਰਾਮ ਚਾਹੁੰਦੇ, ਪੂਰਨ ਇਲਾਜ ਚਾਹੁੰਦੇ ਆ ਤਾਂ ਤੁਹਾਨੂੰ ਫਿਰ ਮੇਰੇ ਲਿਖੇ ਨਿਯਮ ਗੁਰਮਤਿ ਦੇ ਇਸ ਨੂੰ ਧਾਰਨ ਕਰਨਾ ਪਊਗਾ। ਉਹ ਦੱਸਦੀ ਸੀਗੀ ਕਿ ਜਦੋਂ ਮਰੀਜ਼ਾਂ ਨੇ ਮੈਨੂੰ ਇਸ ਤਰ੍ਹਾਂ ਦਾ ਹੌਸਲਾ ਦਿੱਤਾ ਕਿ ਜਿਸ ਤਰ੍ਹਾਂ ਮੈਡਮ ਜੀ ਤੁਸੀਂ ਆਖਦੇ ਆ ਅਸੀਂ ਉਸੇ ਤਰ੍ਹਾਂ ਕਰਾਂਗੇ, ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਉਹਨਾਂ ਦੀ ਥੈਰੇਪੀ ਕਰਨੀ ਸ਼ੁਰੂ ਕੀਤੀ। ਜਦ ਸਰੀਰ ਦੀ ਥੈਰੇਪੀ ਕਰਨੀ ਸ਼ੁਰੂ ਕੀਤੀ, ਉਹਨਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਤਾਂ ਕਹਿੰਦੀ ਮੈਂ ਹੈਰਾਨ ਸੀਗੀ ਕਿ ਜਿਹੜਾ ਇਲਾਜ ਮਰੀਜ਼ ਦੇ ਇੰਨੇ ਯਤਨਾਂ ਤੋਂ ਬਾਅਦ ਤਕਰੀਬਨ 20% ਆਉਂਦਾ ਸੀਗਾ ਉਹ ਵੱਧ ਕੇ 90-95 ਤੱਕ ਪਹੁੰਚ ਗਿਆ। ਜਦ ਕਹਿੰਦੇ ਵੀ ਉਹ ਮਰੀਜ਼ 90-95 ਤੱਕ ਠੀਕ ਹੋਣ ਲੱਗ ਪਏ ਅਤੇ ਹੁਣ ਉਹ ਜਿਹੜੀ ਠੀਕ ਹੋਣ ਦੀ ਰਫਤਾਰ ਸੀ ਉਹ ਵੀ ਜ਼ਿਆਦਾ ਵੱਧ ਗਈ। ਅਤੇ ਮੈਂ ਖੁਦ ਹੈਰਾਨ ਹੋ ਗਈ ਔਰ ਸਦਕੇ ਹੋ ਗਈ ਗੁਰਬਾਣੀ ਦੇ ਇਹਨਾਂ ਸ਼ਬਦਾਂ ਦੇ ਉੱਤੇ ਕਿ ਨਿੰਦਾ ਭਲੀ ਕਿਸੇ ਕੀ ਨਹੀਂ, ਕਿ ਨਿੰਦਾ ਕਿਸੇ ਦੀ ਕਰਨੀ ਚੰਗੀ ਨਹੀਂ, ਮਨਮੁਖ ਮੁਗਧ ਕਰਨ। ਅਤੇ ਜਿਹੜੇ ਮੂਰਖ ਲੋਕ ਉਹੀ ਨਿੰਦਾ ਕਰਦੇ ਆ। ਅਤੇ ਕਹਿੰਦੇ ਫਿਰ ਕੀ ਹੁੰਦਾ, ਮੂੰਹ ਕਾਲੇ ਅਤੇ ਨਾ ਨਿੰਦਕਾ। ਕਹਿੰਦੇ ਇਸ ਲੋਕ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੋ ਜਾਂਦੇ, ਭਾਵ ਕਿ ਆਪਣੇ ਜੀਵਨ ਦੀ ਬਾਜੀ ਹਾਰ ਜਾਂਦੇ ਆ, ਦੁਖੀ ਰਹਿੰਦੇ ਆ, ਕਲਪਦੇ ਰਹਿੰਦੇ ਆ, ਬਿਲਕਦੇ ਰਹਿੰਦੇ ਆ। ਅਤੇ ਇਸ ਕਰਕੇ ਸੰਸਾਰ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੋ ਜਾਂਦੇ ਅਤੇ ਨਰਕੇ ਘੋਰ ਭਵਨ ਅਤੇ ਘੋਰ ਦੁੱਖ ਨਰਕ 'ਚ ਸਹਿੰਦੇ ਆ। ਇਸੇ ਸੰਸਾਰ ਦੇ ਵਿੱਚ ਉਹਨਾਂ ਨੂੰ ਬੜੀਆਂ ਦੁੱਖ ਤਕਲੀਫਾਂ ਉਠਾਉਣੀਆਂ ਪੈਂਦੀਆਂ। ਉਸ ਤੋਂ ਬਾਅਦ ਉਹ ਬੀਬੀ ਦੱਸਦੀ ਸੀਗੀ ਕਿ ਜਦੋਂ ਮਰੀਜ਼ ਬਹੁਤ ਜ਼ਿਆਦਾ ਠੀਕ ਹੋਣ ਲੱਗ ਪਏ, 90-95 ਤੱਕ ਇਹ ਸਾਰੇ ਜਿਹੜੇ ਕੇਸ ਸੀਗੇ ਪੂਰੀ ਤਰ੍ਹਾਂ ਸਹੀ ਹੋਣ ਲੱਗੇ, ਅਤੇ ਉਸ ਫਿਰ ਬੀਬੀ ਦੀ ਮਸ਼ਹੂਰੀ ਕਾਫੀ ਹੋਣ ਲੱਗੀ। ਜਦੋਂ ਹੋਣ ਲੱਗੀ ਉਹ ਫਿਰ ਬੀਬੀ ਮਹਾਂਪੁਰਖਾਂ ਦੱਸਦੀ ਸੀ। ਉਹ ਕਹਿੰਦੀ ਵੀ ਇੱਕ ਵਾਰ ਇੱਕ ਲੇਡੀ ਅਧਖੜ ਜਿਹੀ ਉਮਰ ਦੀ ਕਹਿੰਦੀ ਮੇਰੇ ਪਾਸ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਸਰੀਰ ਦੇ ਵਿੱਚ ਬੜੀਆਂ ਦਰਦਾਂ ਰਹਿੰਦੀਆਂ ਹੈਗੀਆਂ, ਮੇਰੇ ਸਰੀਰ ਦੀਆਂ ਨਾੜਾਂ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਅਤੇ ਮੈਂ ਆਪ ਜੀ ਦੇ ਪਾਸ ਇਲਾਜ ਕਰਾਉਣ ਆਈ ਹਾਂ ਅਤੇ ਤੁਸੀਂ ਮੇਰੀ ਥੈਰੇਪੀ ਕਰ ਦਿਓ। ਕਹਿੰਦੀ ਮੈਂ ਪਹਿਲਾਂ ਉਹਨੂੰ ਉਹ ਸਾਰਾ ਬੋਰਡ ਪੜ੍ਹਾਇਆ, ਉਹਦੇ ਵਿੱਚ ਮੈਂ ਉਹਨੂੰ ਚੰਗੀ ਤਰ੍ਹਾਂ ਦੱਸਿਆ ਕਿ ਮੈਂ ਤੇਰੇ ਕੰਮ ਨੂੰ ਤਾਂ ਦੀ ਹੱਥ ਪਾਊਂਗੀ, ਤੇਰਾ ਇਲਾਜ ਤਾਂ ਕਰ ਸਕਦੀ ਹਾਂ ਅਗਰ ਤੈਨੂੰ ਇਹ ਗੁਰਮਤਿ ਦੇ ਮੇਰੇ ਲਿਖੇ ਨਿਯਮ ਇਹਨਾਂ ਦੇ ਉੱਤੇ ਤੂੰ ਆਪਣੇ ਆਪ ਨੂੰ ਪੂਰੀ ਕਸੌਟੀ ਦੇ ਉੱਤੇ ਰੱਖ ਸਕੇ, ਇਹਨਾਂ ਨਿਯਮਾਂ ਦੀ ਪਾਲਣਾ ਕਰ ਸਕੇ। ਕਹਿੰਦੇ ਪਹਿਲਾਂ ਤਾਂ ਬੀਬੀ ਕਹਿੰਦੀ ਜੀ ਮੈਂ ਪੂਰੀ ਤਰ੍ਹਾਂ ਕਰੂੰਗੀ, ਪਰ ਦੇਖੋ ਜਿਵੇਂ ਕਿਸੇ ਨੂੰ ਕੋਈ ਆਦਤ ਬਣ ਜਾਵੇ ਤਾਂ ਉਹ ਆਦਮੀ ਆਪਣੀ ਆਦਤ ਦਾ ਗੁਲਾਮ ਹੋ ਜਾਂਦਾ। ਫਿਰ ਡਾਕਟਰ ਸਾਹਿਬ ਆਖਦੇ ਸੀਗੇ, ਕਹਿੰਦੇ ਕਿ ਜਦੋਂ ਮੈਂ ਉਹਦੀ ਥੈਰੇਪੀ ਕਰਨੀ ਸ਼ੁਰੂ ਕੀਤੀ ਅਤੇ ਥੈਰੇਪੀ ਦੇ ਦੌਰਾਨ ਹੀ ਕਹਿੰਦੇ ਵੀ ਉਸੇ ਔਰਤ ਨੇ ਆਪਣੀ ਸੱਸ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਬੀਬੀਆਂ ਦੇ ਵਿੱਚ ਨਹੁੰ ਸੱਸ ਦਾ ਥੋੜ੍ਹਾ ਜਿਹਾ ਆਪਸ ਵਿੱਚ ਇੱਕ ਦੂਜੇ ਦੇ ਪ੍ਰਤੀ ਵਿਪਰੀਤ ਵਿਰੋਧੀ ਸੁਭਾਅ ਹੁੰਦਾ ਹੈ, ਜਿਸ ਕਰਕੇ ਕਹਿੰਦੇ ਉਹਨੇ ਆਪਣੀ ਸੱਸ ਦੀ ਨਿੰਦਾ ਸ਼ੁਰੂ ਕਰ ਦਿੱਤੀ। ਜਦੋਂ ਕਹਿੰਦੇ ਸੱਸ ਦੀ ਨਿੰਦਾ ਸ਼ੁਰੂ ਕੀਤੀ ਅਤੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਮੈਂ ਉਹਨੂੰ ਆਖਿਆ ਕਿ ਮੈਂ ਤੈਨੂੰ ਬੋਰਡ ਪੜ੍ਹਾਇਆ ਸੀਗਾ ਹੈ ਨਾ ਕਿ ਥੈਰੇਪੀ ਦੇ ਦੌਰਾਨ ਕਿਸੇ ਦੀ ਗੱਲ ਨਹੀਂ ਕਰਨੀ, ਅਤੇ ਤੂੰ ਆਪਣੀ ਸੱਸ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਆ। ਕਰਦੇ ਕਹਿੰਦੇ ਮੈਂ ਉਹਨੂੰ ਵਿੱਚ ਟੋਕਦੀ ਰਹੀ, ਜੇ ਅਗਰ ਤੂੰ ਇਸ ਤਰ੍ਹਾਂ ਨਿੰਦਾ ਕਰੂੰਗੀ ਤਾਂ ਮੈਂ ਤੇਰਾ ਇਲਾਜ ਨਹੀਂ ਕਰ ਸਕਦੀ। ਹੌਲੀ ਕਹਿੰਦੇ ਵੀ ਉਹੀ ਬੀਬੀ ਪਹਿਲਾਂ ਵਿੱਚ ਕਹਿਦਾ ਕਰੇ ਕਿ ਸੌਰੀ ਮੈਂ ਹੁਣ ਨਹੀਂ ਕਰਦੀ, ਪਰ 1-2 ਮਿੰਟ ਚੁੱਪ ਕਰਕੇ ਫਿਰ ਕਹਿੰਦੇ ਆਪਣੀ ਸੱਸ ਦੀ ਗੱਲ ਸ਼ੁਰੂ ਕਰ ਲਿਆ ਕਰੇ ਕਿ ਉਹ ਮੈਨੂੰ ਇਸ ਤਰ੍ਹਾਂ ਕਹਿੰਦੀ ਆ, ਉਹ ਇਸ ਤਰ੍ਹਾਂ ਕਰਦੀ ਆ, ਇਸ ਤਰ੍ਹਾਂ ਦੀਆਂ ਕਹਿੰਦੇ ਜਦੋਂ ਗੱਲਾਂ ਹੋਣੀਆਂ ਤਾਂ ਬੀਬੀ ਕਹਿੰਦੀ ਮੈਂ ਉਹਨੂੰ ਕਹਿਤਾ ਕਿ ਮੈਂ ਤੇਰਾ ਇਲਾਜ ਨਹੀਂ ਕਰ ਸਕਦੀ, ਕਿਉਂਕਿ ਤੇਰਾ ਜਿਹੜੇ ਇਲਾਜ ਦੇ ਉੱਤੇ ਜਿੰਨਾ ਵੀ ਟਾਈਮ ਲਾਉਣਾ ਸਭ ਵੇਸਟ ਚਲਾ ਜਾਏਗਾ। ਇਹਦੇ ਵਿੱਚ ਮੇਰਾ ਵੀ ਟਾਈਮ ਖਰਾਬ ਹੋਏਗਾ, ਤੇਰਾ ਵੀ, ਤੇਰੇ ਪੈਸੇ ਵੀ ਖਰਾਬ ਹੋਣਗੇ, ਕਿਉਂਕਿ ਇਸ ਤਰ੍ਹਾਂ ਕਰਨਾ ਤੈਨੂੰ ਆਰਾਮ ਨਹੀਂ ਆਉਣਾ ਹੈਗਾ। ਫਿਰ ਉਹ ਕਹਿੰਦੇ ਬੀਬੀ ਕਹਿਣ ਲੱਗੀ ਕਿ ਚਲੋ ਕੋਈ ਗੱਲ ਨਹੀਂ, ਮੈਂ ਆਪਣੇ ਆਪ 'ਤੇ ਪੂਰੀ ਤਰ੍ਹਾਂ ਕੰਟਰੋਲ ਕਰੂੰਗੀ। ਕਹਿੰਦੇ ਕਰਦੇ ਜਦੋਂ ਦੂਸਰੀ ਵਾਰੀ ਆਈ, ਜਦ ਕਹਿੰਦੇ ਫਿਰ ਮੈਂ ਥੈਰੇਪੀ ਸ਼ੁਰੂ ਕੀਤੀ, ਫਿਰ ਉਹਨੇ ਆਪਣੀ ਸੱਸ ਦੀ ਗੱਲ ਛੇੜ ਲਈ। ਕਹਿੰਦੇ ਵੀ ਕਰਦੇ ਮੈਂ ਉਹਦੇ ਵੱਲ ਫਿਰ ਅੱਖਾਂ ਘੂਰ ਕੇ ਦੇਖਿਆ, ਫਿਰ ਕਹਿੰਦੇ ਚੁੱਪ ਕਰ ਗਈ। ਕਰਦੇ ਉਸ ਬੀਬੀ ਦੀ ਆਦਤ ਇਹ ਨਿੰਦਾ ਵਾਲੀ ਕਹਿੰਦੇ ਬੜੀ ਮੁਸ਼ਕਿਲ ਦੇ ਨਾਲ ਹੌਲੀ ਗਈ। ਜਦੋਂ ਕਹਿੰਦੇ ਹੌਲੀ ਗਈ, ਅਖੀਰ ਕਹਿੰਦੇ ਫਿਰ ਉਹਨੇ ਹੈ ਨਾ ਇਸ ਨਿੰਦਾ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ। ਉਹਨੇ ਕਹਿਤਾ ਕਿ ਮੈਂ ਸੱਸ ਕੀ ਕਿਸੇ ਦੀ ਨਿੰਦਾ ਨਹੀਂ ਕਰੂੰਗੀ, ਬਸ ਮੈਨੂੰ ਪੂਰੀ ਤਰ੍ਹਾਂ ਆਰਾਮ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਬੀਬੀ ਨੇ ਆਖਿਆ ਸੀਗਾ ਕਿ ਉਹ ਫਿਰ ਜਿਹੜੀ ਲੇਡੀ ਸੀਗੀ ਉਹ ਪੂਰੀ ਤਰ੍ਹਾਂ 90-95% ਠੀਕ ਹੋ ਗਈ, ਅਤੇ ਕਹਿੰਦੀ ਵੀ ਗੱਲ ਹੁਣ ਵਿੱਚ ਸਿਰਫ 5% ਦੀ ਬਾਕੀ ਸੀ, ਅਤੇ 5% ਤੋਂ ਕਹਿੰਦੀ ਵੀ ਮੈਂ ਇਹ ਸਾਰੇ ਜਿਹੜੇ ਵੀ ਮੇਰੇ ਕੋਲ ਮਰੀਜ਼ ਆਉਂਦੇ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਅਗਰ ਤੁਸੀਂ ਪੂਰੀ ਤਰ੍ਹਾਂ ਨਿੰਦਾ ਤੋਂ ਮੁਕਤ ਹੋ ਜਾਓਗੇ, ਕਿਸੇ ਦੀ ਨਿੰਦਾ ਨਹੀਂ ਕਰੋਗੇ, ਅਤੇ ਇਹ ਜਿਹੜੀ 5% ਰਹਿੰਦੀ ਬਿਮਾਰੀ ਇਹ ਤੋਂ ਵੀ ਤੁਸੀਂ ਬੰਦ ਖਲਾਸੀ ਕਰ ਲਓਗੇ।
ਕਹਿੰਦੇ ਫਿਰ ਉਹ ਮਰੀਜ਼ ਜਿਹੜੇ ਸੀਗੇ ਉਹਨੂੰ ਪੁੱਛਦੇ ਸੀਗੇ ਵੀ ਇਸ ਤਰ੍ਹਾਂ ਕਿਵੇਂ ਹੋ ਜਾਂਦੀ ਆ। ਮੈਂ ਉਹਨੂੰ ਆਖਿਆ ਸੀਗਾ ਕਿ ਇਹ ਨਾ ਇੱਕ ਕੁਦਰਤ ਦਾ ਨਿਯਮ ਆ, ਕੁਦਰਤ ਦਾ ਕਾਨੂੰਨ ਹੈਗਾ ਕਿ ਕੋਈ ਵੀ ਇਨਸਾਨ ਜਿਹੜਾ ਕਿਸੇ ਦੂਸਰੇ ਦੀ ਨਿੰਦਾ ਕਰਦਾ, ਉਸ ਨਿੰਦਕ ਦੇ ਜਿੰਨੇ ਵੀ ਜਿਹੜੇ ਦੁੱਖ ਆ, ਚਾਹੇ ਸਰੀਰਕ ਰੋਗ ਦੇ ਹੋਣ, ਚਾਹੇ ਮਾਨਸਿਕ ਹੋਣ, ਚਾਹੇ ਹੋਰ ਵੀ ਘਰਾਂ ਦੇ ਕੋਈ ਕਲੇਸ਼ ਹੋਵੇ, ਕਿਸੇ ਤਰ੍ਹਾਂ ਦੇ ਵੀ ਕੋਈ ਦੁੱਖ ਹੋਣ, ਉਹ ਦੁੱਖ ਉਸ ਨੂੰ ਛੱਡ ਕੇ ਤੇ ਜਿਹੜਾ ਨਿੰਦਾ ਕਰਨ ਵਾਲਾ ਉਹਦੇ ਵਿੱਚ ਆਪਣੇ ਆਪ ਟਰਾਂਸਫਰ ਹੋ ਜਾਂਦੇ ਆ। ਇੱਕ ਇਹ ਕੁਦਰਤ ਦਾ ਕਾਨੂੰਨ ਹੈਗਾ। ਸੋ ਜਦ ਕੁਦਰਤ ਨੇ ਇਹੋ ਜਿਹਾ ਲਾ ਬਣਾ ਦਿੱਤਾ ਹੈਗਾ ਕਿ ਜਿਹੜਾ ਨਿੰਦਕ ਹੈਗਾ, ਜਿਹਦੀ ਉਹ ਨਿੰਦਾ ਕਰ ਰਿਹਾ ਹੈ, ਉਸ ਨਿੰਦਕ ਨੂੰ ਸਾਰੀਆਂ ਬਿਮਾਰੀਆਂ ਜਿਹਦੀ ਉਹ ਨਿੰਦਾ ਕਰਦਾ ਹੈਗਾ ਉਸ ਨੂੰ ਹੋ ਜਾਣਗੀਆਂ। ਸੋ ਇਸ ਕਰਕੇ ਭਾਈ ਬੜੇ ਵਿਵੇਕ ਦੀ ਲੋੜ ਆ। ਜਿਸ ਨੇ ਵੀ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣਾ, ਫਿੱਟ ਰੱਖਣਾ ਅਤੇ ਰਿਸ਼ਟ ਪੁਸ਼ਟ ਰੱਖਣਾ ਹੈਗਾ, ਅਤੇ ਉਸ ਨੂੰ ਨਿੰਦਾ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੀਦਾ ਹੈਗਾ। ਅਤੇ ਜਦੋਂ ਉਹ ਨਿੰਦਾ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਏਗਾ ਅਤੇ ਅਰਦਾਸ ਦੇ ਵਿੱਚ ਵੀ ਸਭ ਦਾ ਭਲਾ ਮੰਗਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੇਗਾ, ਫਿਰ ਉਹਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਏਗਾ ਕਿ ਜਿੰਨੇ ਵੀ ਇਨਸਾਨ ਹੈ, ਚਾਹੇ ਆਪਣੇ ਚਾਹੇ ਬੇਗਾਨੇ ਆ, ਹਰੇਕ ਦੇ ਆਪੋ ਆਪਣੇ ਕਰਮ ਆ। ਆਪੋ ਆਪਣੇ ਕਰਮਾਂ ਦੇ ਨਾਲ ਹਰੇਕ ਆਦਮੀ ਇਸ ਸੰਸਾਰ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈਗਾ। ਕਿਸੇ ਦੇ ਕੰਮ ਵਧੀਆ ਹੈਗੇ, ਕਰਮ ਉੱਚੇ ਹੈਗੇ ਆ, ਕੁਛ ਪਿਛਲੇ ਕਰਮ ਬੜੇ ਚੰਗੇ ਆ, ਵਧੀਆ ਜੀਵਨ ਬਸਰ ਕਰਦੇ ਆ, ਅਤੇ ਕਿਸੇ ਦੇ ਜਿਹੜੇ ਕਰਮ ਹੈਗੇ ਉਹ ਘੱਟ ਉੱਚੇ ਆ, ਕੁਛ ਨੀਵੇਂ ਹੈਗੇ, ਉਹ ਇਸ ਕਰਕੇ ਥੋੜ੍ਹਾ ਨੀਵੇਂ ਪੱਧਰ ਦਾ ਜੀਵਨ ਬਤੀਤ ਕਰ ਰਿਹਾ। ਇਸ ਕਰਕੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਹਰੇਕ ਕੋਈ ਆਦਮੀ ਆਪਣਾ ਜੀਵਨ ਬਸਰ ਕਰਦਾ ਹੈਗਾ। ਸਾਨੂੰ ਕਿਸੇ ਦੇ ਉੱਤੇ ਵੀ ਕੋਈ ਦੋਸ਼ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦਾ ਕੋਈ ਜੀਵਨ ਜੀਂਦਾ ਹੈਗਾ ਉਹ ਉਹਦੀ ਮਰਜ਼ੀ ਹੈਗੀ, ਉਹਦੇ 'ਤੇ ਸਾਨੂੰ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਾ ਚਾਹੀਦਾ। ਹਾਂ, ਅਸੀਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੀ ਬੇਨਤੀ ਕਰ ਸਕਦੇ ਕਿ ਸੱਚੇ ਪਾਤਸ਼ਾਹ ਸਭ 'ਤੇ ਕਿਰਪਾ ਕਰ, ਸਭ ਦਾ ਭਲਾ ਕਰ, ਸਭ ਨੂੰ ਨਾਮਦਾਨ ਬਖਸ਼, ਗੁਰਸਿੱਖੀ ਬਖਸ਼, ਚੜ੍ਹਦੀ ਕਲਾ ਬਖਸ਼, ਅਤੇ ਸਾਰੇ ਜਿਹੜੇ ਜੀਵ ਹੈਗੇ ਆ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਪ੍ਰੀਤ ਬਖਸ਼, ਪ੍ਰੇਮ ਬਖਸ਼। ਜਦ ਇਸ ਤਰ੍ਹਾਂ ਦੀ ਅਰਦਾਸ ਕਰਾਂਗੇ ਫਿਰ ਪਰਮੇਸ਼ਰ ਵੀ ਖੁਸ਼ ਹੋ ਜਾਂਦੇ ਆ, ਅਤੇ ਇਹ ਅਰਦਾਸ ਕਰਨ ਵਾਲਾ ਜਿਹੜਾ ਗੁਰਸਿੱਖ ਆਦਮੀ ਹੈ ਉਹ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰਹਿੰਦਾ, ਰੋਗ ਮੁਕਤ ਰਹਿੰਦਾ ਹੈ। ਇਸੇ ਕਰਕੇ ਤਾਂ ਸਾਨੂੰ ਕਲਗੀਧਰ ਮਹਾਰਾਜ ਨੇ ਆਖਿਆ ਹੈ ਕਿ ਸਦਾ ਰਹੇ ਕੰਚਨ ਸ੍ਰੀ ਕਾਇਆ, ਕਾਲ ਨਾ ਕਬਹੂ ਵਿਆਪੇ। ਵੀ ਉਹਦੀ ਜਿਹੜੀ ਕਾਇਆ ਹੈਗੀ ਉਹ ਸੋਨੇ ਵਰਗੀ ਰਹੇਗੀ, ਅਤੇ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਏਗਾ, ਕੋਈ ਵੀ ਸਮੇਂ ਦਾ ਅਸਰ ਨਹੀਂ। ਕਿਉਂ? ਉਹਦੀ ਜਿਹੜੀ ਕਾਇਆ ਹੈਗੀ ਆ ਉਹ ਦੂਸਰੇ ਦੀ ਨਿੰਦਾ ਨਾ ਕਰਨ ਦੇ ਕਰਕੇ ਅਸੀਸਾਂ ਦੇ ਨਾਲ ਭਰਪੂਰ ਹੋਏਗੀ, ਅਤੇ ਜਿਸ ਨੂੰ ਸੰਗਤ ਦੀਆਂ ਅਸੀਸਾਂ ਮਿਲ ਜਾਣ, ਦੂਸਰਿਆਂ ਦੀਆਂ ਅਸੀਸਾਂ ਮਿਲ ਜਾਣ, ਉਹਨਾਂ ਗੁਰਮੁਖਾਂ ਦਾ ਫਿਰ ਇਹ ਲੋਕ ਅਤੇ ਪਰਲੋਕ ਦੋਨੇ ਸਹੇਲੇ ਹੋ ਜਾਂਦੇ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।